ये टाइप्स ऑफ वॉल्केनोज के बारे पिछली क्लास में आप वॉल्केनोज के बारे पढ़िया सीगा। अकॉर्डिंग टू द फ्रीकुएंसी ऑफ इरप्शन वॉल्केनोज आर ऑफ 3 टाइप्स एक्टिव डोरमेंट एक्सटिंक्ट वॉल्केनोज। जिस तरह ਜਿੱਦਾਂ ਸਮਾਂ ਪਾ ਕੇ ਇਹ ਇਰਪਟ ਹੁੰਦੇ ਆ ਵੋਲਕੈਨੋ ਫਟਦੇ ਆ ਉਹਦੇ ਹਿਸਾਬ ਨਾਲ ਇਹਨਾਂ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ ਐਕਟਿਵ ਡੋਰਮੈਂਟ ਅਤੇ ਐਕਸਟਿੰਕਟ ਵੋਲਕੈਨੋਜ਼। ਇਹਦੀਆਂ 3 ਟਾਈਪਸ ਆ। ਸਭ ਤੋਂ ਪਹਿਲਾਂ ਐਕਟਿਵ ਵੋਲਕੈਨੋਜ਼। ਐਕਟਿਵ ਵੋਲਕੈਨੋਜ਼ ਕੀ ਹੁੰਦੇ ਆ ਜਿਹੜੇ ਕੁਝ ਸਮਾਂ ਪਾ ਕੇ ਥੋੜ੍ਹੇ ਚਿਰਾਂ ਬਾਅਦ ਜਿਸ ਤਰ੍ਹਾਂ ਕੁਝ ਮਹੀਨਿਆਂ ਬਾਅਦ ਜਾਂ ਫਿਰ ਕੁਝ ਸਾਲਾਂ ਬਾਅਦ ਜਿਹੜੇ ਫਟਦੇ ਰਹਿੰਦੇ ਆ ਜਾਂ ਫਿਰ ਕੁਝ ਸਾਲ ਪਹਿਲਾਂ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹ ਫਟੇ ਸੀਗੇ ਇਹਨਾਂ ਨੂੰ ਆਪਾਂ ਐਕਟਿਵ ਵੋਲਕੈਨੋ ਕਹਿੰਦੇ ਆ। ਮੈਨੀ ਐਕਟਿਵ ਵੋਲਕੈਨੋਜ਼ ਆਰ ਫਾਊਂਡ ਇਨ ਦਾ ਅਰਾਊਂਡ ਦਾ ਪੈਸੀਫਿਕ ਓਸ਼ਨ। ਪੈਸੀਫਿਕ ਓਸ਼ਨ ਜਿਹੜਾ ਸਭ ਤੋਂ ਵੱਡਾ ਮਹਾਸਾਗਰ ਆ ਉਹਦੇ ਆਲੇ ਦੁਆਲੇ ਇਹ ਜਿਹੜੇ ਵੋਲਕੈਨੋਜ਼ ਆ ਇਹ ਪਾਏ ਜਾਂਦੇ ਆ। ਇਹ ਜਦੋਂ ਕਾਫੀ ਸਾਰੇ ਵੋਲਕੈਨੋਜ਼ ਜਿਸ ਤਰ੍ਹਾਂ ਸਮੁੰਦਰ ਜਿਹੜਾ ਹੈਗਾ ਧਰਤੀ ਨਾਲ ਟੱਚ ਕਰਦਾ ਕੁਝ ਦੂਰੀ 'ਤੇ ਇਹ ਜਿਹੜੇ ਵੋਲਕੈਨੋਜ਼ ਆ ਇਹ ਪਾਏ ਜਾਂਦੇ ਆ ਅਤੇ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਜਦੋਂ ਜ਼ਿਆਦਾ ਮਿਲ ਜਾਂਦੀ ਹੈ ਤਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਪੈਸੀਫਿਕ ਰਿੰਗ ਆਫ ਫਾਇਰ ਕਿਉਂਕਿ ਇੱਥੇ ਬਹੁਤ ਸਾਰੇ ਐਕਟਿਵ ਵੋਲਕੈਨੋਜ਼ ਆ ਅਤੇ ਬਹੁਤ ਜਲਦੀ ਇਹ ਇਰਪਟ ਹੁੰਦੇ ਰਹਿੰਦੇ ਆ। ਨੈਕਸਟ ਇਜ਼ ਮਾਊਂਟ Vesuvius, Mount Fuji and Mount Erebus are some well-known active volcanoes. Dormant volcanoes ਵੋਲਕੈਨੋਜ਼ ਜਿਹੜੇ ਹੈਗੇ ਆ ਇਹ ਹੈ ਕਿ ਇਹ ਕਾਫੀ ਸਾਲਾਂ ਤੱਕ ਇਹ ਬਸਟ ਨਹੀਂ ਹੋਏ ਜਾਂ ਫਿਰ ਜਿਹੜੇ ਹੁਣ 1 ਦਹਾਕੇ ਤੱਕ ਜਾਂ 2 ਦਹਾਕਿਆਂ ਤੱਕ ਇਹ ਇਰਪਟ ਨਹੀਂ ਹੋਏ ਪਰ ਇਹ ਫਿਊਚਰ ਦੇ ਵਿੱਚ ਹੋ ਸਕਦੇ। ਇਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ਾਂਤ ਹੋ ਚੁੱਕੇ ਆ ਜਵਾਲਾਮੁਖੀ, ਇਹ ਕਦੀ ਵੀ ਦੁਬਾਰਾ ਜਿਹੜੇ ਆ ਉਹ ਫਿਰ ਤੋਂ ਇਰਪਟ ਹੋ ਸਕਦੇ ਆ। ਨਾਰਕੋਂਡਮ ਇਨ ਅੰਡਾਮਾਨ ਆਈਲੈਂਡਸ ਐਂਡ ਮਾਊਂਟ Kilimanjaro in Tanzania are examples of dormant volcanoes. Extinct volcanoes ਉਹ ਵੋਲਕੈਨੋਜ਼ ਉਹ ਜਵਾਲਾਮੁਖੀ ਜਿਹੜੇ ਹੁਣ ਨਹੀਂ ਬਸਟ ਹੁੰਦੇ ਕਾਫੀ ਸਾਲ ਪਹਿਲਾਂ ਜਾਂ ਫਿਰ ਕੋਈ 100 ਸਾਲ ਪਹਿਲਾਂ ਇਹ ਇਰਪਟ ਹੋਏ ਸੀਗੇ ਉਸ ਤੋਂ ਬਾਅਦ ਇਹ ਇਰਪਟ ਨਹੀਂ ਹੋਏ ਤਾਂ ਇਹਨਾਂ ਨੂੰ ਆਪਾਂ ਐਕਸਟਿੰਕਟ ਕਹਿ ਦਿੰਦੇ ਹਾਂ ਕਿ ਇਹ ਜਵਾਲਾਮੁਖੀ ਹੁਣ ਸ਼ਾਂਤ ਹੋ ਚੁੱਕੇ ਆ। ਸਮ ਆਈਲੈਂਡਸ have been formed by the eruption of undersea volcanoes। ਕੁਝ ਇਸ ਤਰ੍ਹਾਂ ਦੇ ਆਈਲੈਂਡਸ ਵੀ ਹੈਗੇ ਆ ਧਰਤੀ 'ਤੇ ਜਿਹੜੇ ਕਿ ਸਮੁੰਦਰ ਦੇ ਅੰਦਰ ਜਦੋਂ ਇਹ ਜਵਾਲਾਮੁਖੀ ਫਟੇ ਸੀ ਉਹਦੇ ਤੋਂ ਬਣੇ ਹੋਏ ਆ। The Emperor Sea Mound chain in the Pacific Ocean and the Zuyder volcano in Netherlands are example of extinct volcanoes। ਇਹ ਜਿਹੜੇ ਵੋਲਕੈਨੋਜ਼ ਨੇ ਜਿਹੜੇ ਜਵਾਲਾਮੁਖੀ ਦੇ ਨਾਮ ਦਿੱਤੇ ਆ ਇਹ ਹੁਣ ਸ਼ਾਂਤ ਹੋ ਚੁੱਕੇ ਆ। ਨੈਕਸਟ ਇਜ਼ ਅਰਥਕੁਏਕ ਵੀ ਹੁੰਦਾ। ਅਰਥਕੁਏਕ ਨੂੰ ਆਪਾਂ ਭੂਚਾਲ ਦੇ ਨਾਮ ਨਾਲ ਜਾਣਦੇ ਹਾਂ। ਐਨ ਅਰਥਕੁਏਕ ਇਜ਼ ਅ ਸਡਨ ਮੂਵਮੈਂਟ ਆਫ ਅ ਪਾਰਟ ਆਫ ਅਰਥ ਸਰਫੇਸ। ਜਦੋਂ ਧਰਤੀ ਦਾ ਸਤ੍ਹਾ ਜਿਹੜੀ ਆ ਕੋਈ ਜਗ੍ਹਾ ਇਸ ਤਰ੍ਹਾਂ ਦੀ ਅਚਾਨਕ ਕੰਬਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਪਾਂ ਉਹਨੂੰ ਕਹਿ ਦਿੰਦੇ ਕਿ ਭੂਚਾਲ ਆ ਗਿਆ। ਇਟ ਇਜ਼ ਕਾਜ਼ਡ ਬਾਏ ਸਵੀਅਰ ਸ਼ੌਕ ਵੇਵਸ ਦੈਟ ਟਰੈਵਲਸ ਥਰੂ ਦ ਸੋਲਿਡ ਰੌਕ ਫਰੋਮ ਅੰਡਰਗਰਾਊਂਡ ਟੂ ਦ ਸਰਫੇਸ। ਇਹ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਤਾਕਤਵਰ ਜਿਹੜੀਆਂ ਆ ਸ਼ੌਕ ਵੇਵਸ ਮਤਲਬ ਕਿ ਜਿਵੇਂ ਤਰੰਗਾਂ ਹੁੰਦੀਆਂ ਬਹੁਤ ਜ਼ਿਆਦਾ ਜਿਵੇਂ ਧਰਤੀ ਨੂੰ ਕੰਬਾ ਕੇ ਰੱਖ ਦੇਣ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਸਟਰੋਂਗ ਸ਼ੌਕ ਵੇਵਸ ਹੁੰਦੀਆਂ ਆ ਜਿਹੜੀਆਂ ਕਿ ਅੰਡਰਗਰਾਊਂਡ ਧਰਤੀ ਦੀਆਂ 3 ਪਰਤਾਂ ਹੁੰਦੀਆਂ ਨੇ। ਠੀਕ ਹੈ ਜੀ, ਅਸੀਂ ਰਹਿ ਰਹੇ ਹਾਂ ਉੱਪਰ ਵਾਲੀ ਪਰਤ 'ਤੇ ਕਰਸਟ ਦੇ ਉੱਪਰ। ਇਹ ਜਿਹੜੀ ਹੈ ਨੀਚਿਓਂ ਸੋਲਿਡ ਰੌਕਸ ਤੋਂ ਬਣੀ ਹੋਈ ਆ। ਜਦੋਂ ਇਹਦੇ ਵਿੱਚ ਕੋਈ ਉਥਲ ਪੁਥਲ ਹੁੰਦੀ ਆ ਤਾਂ ਇਹ ਜਿਹੜੀ ਉੱਪਰ ਤੱਕ ਇਹ ਜਿਹੜੀਆਂ ਤਰੰਗਾਂ ਆ ਇਹ ਆਉਂਦੀਆਂ ਨੇ। ਕੋਈ ਵੀ ਉਥਲ ਪੁਥਲ ਹੋਏਗੀ ਅਤੇ ਉੱਪਰ ਵਾਲਾ ਸਰਫੇਸ ਜਿਹੜਾ ਉਹਨੂੰ ਇਫੈਕਟ ਹੋਏਗਾ ਹੀ ਹੋਏਗਾ, ਉਹਦੇ 'ਤੇ ਅਸਰ ਹੋਣਾ ਹੀ ਹੋਣਾ। ਇਹ ਜਿਹੜਾ ਅਸਰ ਹੁੰਦਾ ਆ ਅਤੇ ਇਹ ਅਸਰ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਉੱਪਰ ਵਾਲੀ ਸਤ੍ਹਾ ਹੈਗੀ ਆ ਜਿੱਥੇ ਅਸੀਂ ਰਹਿ ਰਹੇ ਹਾਂ ਸਾਡੇ ਘਰ ਬਣੇ ਹੋਏ ਨੇ ਇਹ ਸਾਰੀ ਕੀ ਸਤ੍ਹਾ ਜਿਹੜੀ ਇਹ ਕੰਬਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਕੰਬਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਬੋਲਦੇ ਹਾਂ ਕਿ ਅਰਥਕੁਏਕ ਆ ਗਿਆ, ਭੂਚਾਲ ਆ ਗਿਆ। ਦ ਪੁਆਇੰਟ ਅੰਡਰ ਦ ਗਰਾਊਂਡ ਵੇਅਰ ਅਰਥਕੁਏਕ ਬਿਗਨਸ। ਜਿਹੜੇ ਪੁਆਇੰਟ ਦੇ ਉੱਪਰ ਹਲਚਲ ਹੋਈ ਹੋਏਗੀ ਨੀਚੇ ਕੋਈ ਪੱਥਰਾਂ ਦੀ ਕੋਈ ਸਤ੍ਹਾ ਜਿਹੜੀ ਆ ਉਹ
ਜਿਹੜੇ ਪੱਥਰ ਸੀਗੇ ਉਹ ਮੰਨ ਲਓ ਕਿ ਨੀਚੇ ਜਿਹੜੇ ਧਰਤੀ ਦੇ ਆ ਉਹ ਥੋੜ੍ਹੇ ਬਹੁਤ ਹਿੱਲੇ ਹੋਣਗੇ। ਜਿਹੜੇ ਪੁਆਇੰਟ ਦੇ ਉੱਪਰ ਉਹ ਜਿਹੜੀ ਹਲਚਲ ਹੋਈ ਆ ਉਸ ਪੁਆਇੰਟ ਨੂੰ ਆਪਾਂ ਕਹਿ ਦਿੰਦੇ ਹਾਂ ਫੋਕਸ, ਜਿੱਥੋਂ ਇਹ ਸਟਾਰਟ ਹੋਇਆ। ਐਂਡ ਦਾ ਕੋਰਸਪੋਂਡਿੰਗ ਸਪੋਟ ਔਨ ਦਾ ਸਰਫੇਸ ਆਫ ਅਰਥ ਇਜ਼ ਕਾਲਡ ਐਪੀਸੈਂਟਰ। ਜਿਹੜੀ ਜਗ੍ਹਾ 'ਤੇ ਇਸ ਦਾ ਅਸਰ ਹੁੰਦਾ ਉੱਪਰ ਧਰਤੀ ਦੇ ਉੱਪਰ, ਸਤ੍ਹਾ ਦੇ ਉੱਪਰ, ਜਿੱਥੇ ਜਾ ਕੇ ਇਹ ਵਾਲੀ ਹਲਚਲ ਦਾ ਅਸਰ ਹੁੰਦਾ ਆ, ਉਸ ਜਗ੍ਹਾ ਨੂੰ ਆਪਾਂ ਐਪੀਸੈਂਟਰ ਕਹਿੰਦੇ ਹਾਂ। ਡਿਊਰਿੰਗ ਦ ਗੁਜਰਾਤ ਅਰਥਕੁਏਕ ਆਫ 2001, 2001 ਵਿੱਚ ਗੁਜਰਾਤ ਵਿੱਚ ਬਹੁਤ ਸਟਰੋਂਗ ਭੂਚਾਲ ਆਇਆ ਸੀ, ਅਤੇ ਉਹ ਭੂਚਾਲ ਜਿਹੜਾ ਆ ਉਹਦਾ ਐਪੀਸੈਂਟਰ ਕੀ ਸੀਗਾ, ਐਪੀਸੈਂਟਰ ਕੀ ਸੀਗਾ, ਭੁਜ ਨਾਂ ਦੀ ਜਗ੍ਹਾ ਸੀ ਜਿਹੜੀ ਉਹ ਇਸ ਭੂਚਾਲ ਦਾ ਐਪੀਸੈਂਟਰ ਸੀਗੀ। After the big earthquake, smaller quakes or tremors may continue to occur. ਕਈ ਵਾਰ ਕੀ ਹੈ ਕਿ ਬਹੁਤ ਜ਼ਿਆਦਾ ਕਈ ਵਾਰ ਸਟਰੋਂਗ ਜਿਹੜਾ ਭੂਚਾਲ ਆਉਂਦਾ, ਉਸ ਤੋਂ ਬਾਅਦ ਥੋੜ੍ਹੇ ਥੋੜ੍ਹੇ ਝਟਕੇ ਜਿਹੇ ਜਿਹੜੇ ਬਾਅਦ ਵਿੱਚ ਵੀ ਮਹਿਸੂਸ ਕੀਤੇ ਜਾ ਸਕਦੇ ਆ। ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਆਫਟਰ ਸ਼ੌਕਸ। These occur when rocks that have been moved out of the place start falling back into the place. ਹੁਣ ਜਿਹੜੇ ਇੱਥੋਂ ਪੱਥਰ ਹਿੱਲੇ ਸੀਗੇ ਆਪਣੀ ਜਗ੍ਹਾ ਤੋਂ, ਜੇ ਉਹ ਵਾਪਸ ਆਪਣੀ ਜਗ੍ਹਾ 'ਤੇ ਆਉਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਤੋਂ ਜਿਹੜੇ ਥੋੜ੍ਹੇ ਥੋੜ੍ਹੇ ਝਟਕੇ ਜਿਹੜੇ ਉੱਪਰ ਮਹਿਸੂਸ ਕੀਤੇ ਜਾ ਸਕਣਗੇ। ਇਹ ਇਸ ਕਰਕੇ ਹੁੰਦੇ ਆ ਜਿਹੜੇ ਆਫਟਰ ਸ਼ੌਕ, ਇਸ ਕਰਕੇ ਸਾਨੂੰ ਮਹਿਸੂਸ ਹੁੰਦੇ ਆ। ਇਨ ਦ ਨੇਪਾਲ ਅਰਥਕੁਏਕ 2015, 2015 ਵਿੱਚ ਜਦੋਂ ਨੇਪਾਲ ਵਿੱਚ ਭੂਚਾਲ ਆਇਆ ਸੀਗਾ ਤਾਂ ਉੱਥੇ ਕਾਫੀ ਦਿਨਾਂ ਤੱਕ ਇਹ ਝਟਕੇ ਜਿਹੜੇ ਆ ਮਹਿਸੂਸ ਕੀਤੇ ਜਾਂਦੇ ਸੀਗੇ ਕਿ ਬਾਰ ਬਾਰ ਇਸ ਤਰ੍ਹਾਂ ਲੱਗਦਾ ਸੀ ਕਿ ਭੂਚਾਲ ਆ ਰਿਹਾ, ਬਟ ਦੇ ਵਰ ਓਨਲੀ ਆਫਟਰ